सत श्री अकाल जी। पीपी पत्ती नवा शहर देख रहे हो। मैं तुहाडा अपना परिवारक मैंबर दिनेशपुरी। दोस्तों, किसानी अंदोलन खत्म हो गया सी, संयुक्त समाज मोर्चा पार्टी बन गई सी। उन्होंने अपने भी जिहड़े कैंडीडेट आ उन्हां दी सूची जारी कर दित्ती सी। लोकां नूं लग्गिया कि शायद हुण धरने लई लगणगे, पर अज नवां शहर विच एक रेड़का पै गया, एक पेचा पै गया, जिथे दुआबा किसान यूनीयन के समर्थक अते सूबा सकत्तर अमरजीत सिंह पहुँच गए। उन्होंने ये आरोप लगाए कि जिहड़ी खाद की वंड आ वो प्रॉपर नहीं हो रही। उन्होंने ये कहा कि खाद जिहड़ी आ प्राइवेट डीलरस ने जिहड़े उन्होंने वध दित्ती जाती है। उन्होंने कहण मुताबक कि डीलरस नूं 8-8 जिहड़े ट्रक दे दित्ते जांदे आ, पर जिहड़ियां सोसाइटी आ, सरकारी सोसाइटी आ, उत्थे जिहड़े आ ट्रक बहुत घट गिणती चाहते आ, इक्का दुक्का ही ट्रक पहुँचते आ, जिहदे करके जिमीदार हताश ने। और उन्होंने ना चाहते हुए भी प्राइवेट जिहड़े डीलरस ने उन्हों तो खाद लैनी पै रही है, जिहदे करके वो हताश आ ते उन्होंने वो चीज़ां भी परचेज करनियां पै रही, क्योंकि जो किसी प्राइवेट डीलर तो खाद खरीदते तो वो उत्ते अपनियां कुछ शर्तां रख दिंदे आ। जिवें उन्होंने कुछ चीज़ां वो खरीदनियां पैंदियां, जिवें नैनो यूरिया हो गया, जिहड़े 2-3 महीने बाद उन्होंने असल च वरतनी है। तो उन्होंने पैसे की तंगी तो पहले ही है, पर पैसे का नुकसान हो रहा, क्योंकि उन्होंने इधर उधरों आड़तीए तो पैसा फड़ के जिहड़ा नैनो यूरिया खरीदना पै रहा, जां डीलरस तो वो खाद खरीदनी पै रही है। ਅਸੀਂ ਉੱਥੇ ਪਹੁੰਚੇ, ਉੱਥੇ ਤਕਰੀਬਨ ਧਰਨੇ ਵਰਗਾ ਮਾਹੌਲ ਸੀ। ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ। ਜਦੋਂ ਅਸੀਂ ਪਹੁੰਚੇ ਤਾਂ ਦੇਖਿਆ ਕਿ ਟਰੱਕ ਇੱਕ ਸਾਈਡ ਤੇ ਲੱਗੇ ਹੋਏ ਆ। ਕਿਸੇ ਵੀ ਟਰੱਕ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਉਹ ਜਾ ਕੇ ਡਿਲੀਵਰੀ ਕਰ ਸਕਣ ਖਾਦ ਦੀ। ਲੇਕਿਨ ਬਾਅਦ ਵਿੱਚ ਹੌਲੀ ਹੌਲੀ ਜਦੋਂ ਸਮਾਂ ਬੀਤਿਆ ਤਾਂ ਸੁਸਾਇਟੀ ਨੂੰ ਲੈ ਕੇ ਜਿਹੜੇ ਟਰੱਕ ਖਾਦ ਜਾ ਰਹੇ ਸੀ ਉਹਨਾਂ ਨੂੰ ਰਵਾਨਾ ਕਰ ਦਿੱਤਾ ਗਿਆ, ਬਾਕੀ ਟਰੱਕ ਖੜੇ ਰਹੇ। ਹਾਲਾਂਕਿ ਉੱਥੇ ਇੱਕ ਹੋਰ ਬਿਲਟੀ ਵੀ ਜਿਹੜੀ ਕੈਚ ਕੀਤੀ ਗਈ ਹੈ, ਫੜੀ ਗਈ ਹੈ, ਜਿਹਦੇ ਵਿੱਚ ਦਿਖਾਇਆ ਗਿਆ ਕਿ ਖਾਦ ਦਾ ਭਰਿਆ ਇੱਕ ਟਰੱਕ ਜਿਹੜਾ ਆ ਉਹ ਜ਼ਿਲ੍ਹੇ ਤੋਂ ਬਾਹਰ ਜਾ ਰਿਹਾ। ਰੇੜਕਾ ਬੜਾ ਵੱਡਾ ਪੈ ਗਿਆ। ਅਸੀਂ ਅਮਰਜੀਤ ਉਹਨਾਂ ਨਾਲ ਵੀ ਗੱਲ ਕੀਤੀ, ਜਿਨ੍ਹਾਂ 'ਤੇ ਉਹ ਇਲਜ਼ਾਮ ਲਗਾ ਰਹੇ ਸੀ, ਉਹਨਾਂ ਨਾਲ ਵੀ ਗੱਲ ਕੀਤੀ, ਔਰ ਉਹਨਾਂ ਨੇ ਆਪਣੇ ਕਿਸੇ ਹੋਰ ਸੀਨੀਅਰ ਨਾਲ ਵੀ ਗੱਲ ਕਰਾਈ। ਪੂਰੇ ऑफिशियल्स ਨਾਲ ਗੱਲਬਾਤ ਹੋਈ ਹੈ, पर हल कोई निकलता नज़र नहीं आ रहा सीगा। क्या अनिल शर्मा मार्केट FS नवां शहर। अच्छा, साडी यूरिया की सप्लाई हुण तक जी 71% हो चुकी है जी। ਅਸੀਂ ਪਿਛਲੇ 3-4 ਦਿਨ ਪਹਿਲੇ ਵੀ ਇੱਥੇ NFL ਦਾ ਸਾਨੂੰ ਰੈਕ ਮਿਲਿਆ ਹੈਗਾ ਜੀ। ਉਹਦੇ ਵਿੱਚ ਸਾਨੂੰ ਲਗਭਗ 911 ਕੀ MT ਮਿਲਿਆ था ਜੀ। ਤੇ ਜੋ ਸੁਸਾਇਟੀਆਂ ਆਪਾਂ ਨੂੰ ਜੋ ਡਿਮਾਂਡ ਆਈ ਸੀ ਉਸ ਹਿਸਾਬ ਨਾਲ ਅਸੀਂ ਨਵਾਂ ਸ਼ਹਿਰ ਦੀਆਂ ਸੁਸਾਇਟੀਆਂ, ਬਾਲਾਚੋਰ ਤੇ ਬੰਗੇ ਦੀਆਂ ਸੁਸਾਇਟੀਆਂ ਦੀ ਆਪਾਂ ਡਿਮਾਂਡ ਦਿੱਤੀ। ਸਾਡੇ ਕੋਲ 150 ਸੁਸਾਇਟੀ ਹੈ ਜੀ। ਸਾਡੇ ਕੋਲ ਜੋ ਐਲੋਕੇਸ਼ਨ ਸਾਨੂੰ ਮਿਲਦੀ ਹੈਗੀ ਹੈਡ ਆਫਿਸ ਤੋਂ ਅਸੀਂ ਉਸ ਹਿਸਾਬ ਨਾਲ ਦੇਈ ਜਾਂਦੇ ਜੀ। ਤੇ ਬਾਕੀ ਪ੍ਰਾਈਵੇਟ ਉਹਦੇ ਵਿੱਚ ਪ੍ਰਾਈਵੇਟ ਹੁੰਦਾ ਉਹ, ਜੇ ਅਗਰ ਆਪਾਂ ਨੂੰ ਇਹੀ ਰੈਕ ਸਾਨੂੰ ਜੇ ਅਗਰ ਪੂਰਾ ਮਿਲ ਜਾਵੇ, ਪ੍ਰਾਈਵੇਟ ਨਾ ਹੋਵੇ ਉਹਦੇ ਵਿੱਚ, ਤਾਂ ਸਾਡਾ ਸਰਕਲ ਚੱਲ ਸਕਦਾ, ਬੜਾ ਵਧੀਆ ਚੱਲ ਸਕਦਾ ਜੀ। ਤੁਸੀਂ ਇਹ ਵੀ ਪ੍ਰਾਈਵੇਟ ਜੇ ਅਗਰ ਘੱਟ ਜਾਵੇ ਸਪਲਾਈ, ਉਹਨਾਂ ਦੀ ਘੱਟ ਹੋਵੇ ਸਾਡੀ ਜ਼ਿਆਦਾ ਹੋਵੇ, ਫਿਰ ਇਹ ਦਿੱਕਤ ਹੀ ਨਾ ਆਵੇ ਜੀ। ਹਾਂਜੀ ਸਰ, ਆਪਾਂ ਕਿੰਨੇ ਇੱਕ ਮਿੰਟ ਜ਼ਿਲ੍ਹੇ 'ਚ ਆਪਣੀ ਕਿੰਨੀ ਰਿਕੁਆਇਰਮੈਂਟ ਹੁੰਦੀ ਆ ਯੂਰੀਆ ਦੀ? ਸਾਡੀ ਰਿਕੁਆਇਰਮੈਂਟ ਹਾਲ ਦੀ ਜਿਹੜਾ ਇਹ ਸੀਜ਼ਨ ਦੀ ਹੈਗੀ 13,000 MT ਦੀ ਹੈਗੀ ਜੀ। सरकारी और प्राइवेट दोनों? हाँ जी, हाँ जी। नहीं सरकारी ओनली 75% साडी सप्लाई देनी होंदी जी मार्केट ने। हाँ जी, एक मिनट, ये सिर्फ सरकारी सप्लाई है? हाँ जी सर। 13,000 MT। हाँ जी। वैसे उधर जिले च टोटल लगभग 100% ਦੇ ਹਿਸਾਬ ਨਾਲ 25% ਦੇਖੋ ਜੀ ਇਫਕੋ ਨੇ ਦੇਣਾ ਹੁੰਦਾ ਜੀ। ਸਾਡਾ 25% ਉਹਨਾਂ ਨੇ ਦੇਣਾ, 75% ਅਸੀਂ ਦੇਣਾ ਜੀ ਸਪਲਾਈ। ਜਿਹਦੇ ਵਿੱਚ ਅਸੀਂ ਪੂਰੇ ਜ਼ਿਲ੍ਹੇ ਨੂੰ ਮਤਲਬ ਹੁਣ ਤੱਕ 71% ਅਸੀਂ ਸਪਲਾਈ ਦੇ ਚੁੱਕੇ ਹਾਂ ਜੀ। 13,000? ਹਾਂਜੀ। ਇਫਕੋ ਦੀ ਸਪਲਾਈ ਕੌਣ ਕਰਦਾ? ਇਫਕੋ ਦੀ ਜੀ ਹੁਣ ਇਫਕੋ ਦੇ ਸਪਲਾਇਰ ਕਰਦੇ ਹਾਂ ਜੀ। ਤੁਸੀਂ ਮਤਲਬ ਤੁਹਾਡੇ ਥਰੂ ਨਹੀਂ ਉਹ ਡਾਇਰੈਕਟਲੀ? ਨਹੀਂ। ਓਕੇ ਜੀ। ਇੱਕ ਜਿਹੜਾ 71% ਹੈ 13,000 ਚੋਂ ਦੇ ਚੁੱਕੇ? ਹਾਂਜੀ ਹਾਂਜੀ। ਅੱਛਾ, ਉਹਦੇ ਵਿੱਚੋਂ ਦੇ ਚੁੱਕੇ। ਜੋ ਬੈਲੈਂਸ ਹੈਗਾ ਉਹ ਅਸੀਂ ਜਦ ਆਪਾਂ ਨੂੰ ਰੈਕ ਜੇ ਅਗਰ ਨੈਕਸਟ ਵੀਕ ਲੱਗਦਾ ਹੈਗਾ ਆਪਾਂ ਉਹ ਵੀ ਪੂਰਾ ਕਰ ਦੇਣਾ ਜੀ। ਹਾਂਜੀ। ਮੈਂ ਹੁਣ ਦੱਸ ਦੇਣਾ ਚਾਹਨਾ ਜੀ, ਸਾਡੀ ਚੱਕਦਾਨਾ ਸੁਸਾਇਟੀ ਹੈ, ਰਿਕਾਰਡ ਚੈੱਕ ਕਰ ਲੈਣ ਇਹਨਾਂ ਦੇ ਕੋਲ ਇੱਥੇ ਹੀ ਇਸ ਟਾਈਮ ਹੋਣਾ। ਹਾਂਜੀ, 54% ਤੱਕ ਹੁਣ ਤੱਕ ਚਲਾ ਗਿਆ ਜੀ। ਉਹਨਾਂ ਨੂੰ ਚੱਕਦਾ 50% ਤੋਂ ਹਜੇ ਵੀ ਥੱਲੇ ਆ ਜੀ। ਇਹ ਕਿਹੜੇ ਤਰੀਕੇ ਨਾਲ ਕਹਿੰਦੇ ਆ ਮੈਨੂੰ ਨਹੀਂ ਪਤਾ। ਮੈਂ ਡਾਕੂਮੈਂਟ ਲਿਆ ਕੇ ਕੱਲ ਤੁਹਾਨੂੰ ਨਹੀਂ ਸਾਡੇ ਸਾਰੇ ਮੀਡੀਆ ਨੂੰ ਮੈਂ ਦਿਖਾ ਸਕਦਾ। ਇਹ DC ਸਾਹਿਬ ਦੇ ਪਹਿਲਾਂ ਵੀ ਇਸ ਤਰੀਕੇ ਨਾਲ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਤਿਆਰ ਕਰਕੇ ਦਿੰਦੇ ਆ। ਪਿਛਲੀ ਵਾਰੀ ਇਹ ਗੱਲ ਹੋ ਚੁੱਕੀ ਹੈ ਉੱਥੇ ਕਿ ਇਹਨਾਂ ਦੀ ਡਾਟਾ ਕੁਝ ਹੋਰ ਦੱਸਦਾ ਹੁੰਦਾ, ਨਿਕਲਦਾ ਜਾ ਕੇ ਉੱਥੇ ਕੁਝ ਹੋ ਰਿਹਾ। ਕਿਹੜੇ ਹਿਸਾਬ ਦੇ ਨਾਲ ਇਹ ਡਾਟਾ ਭੇਜਦੇ ਨੇ, DR ਦਫ਼ਤਰ ਤੇ ਬੈਠ ਕੇ ਅਸੀਂ ਉੱਥੇ ਵੀ ਦੇਖ ਚੁੱਕੇ ਆ। ਤੇ ਉਹ ਮਤਲਬ ਬਿਲਕੁਲ ਕਿਤੇ ਗੱਲ ਸਿਰੇ ਨਹੀਂ ਲੱਗਦੀ ਹੈ। ਤੇ ਇਹ ਸਾਰੀ ਚੋਰ ਬਜ਼ਾਰੀ ਹੈਗੀ ਹੈ। ਜ਼ਿਮੀਂਦਾਰਾਂ ਨੂੰ ਰਲ ਮਿਲ ਕੇ ਲੁੱਟਿਆ ਜਾ ਰਿਹਾ। ਫੋਨ ਕਾਲ ਦੀ ਗੱਲ ਕਰਦੇ ਸੀ, ਉਹ ਦੱਸੋ ਕੀ ਹੈ?
ਫੋਨ ਕਾਲ ਦੀ ਗੱਲ ਇਹਨਾਂ ਨਾਲ ਗੱਲ ਕੀਤੀ ਹੈ। ਸਵੇਰੇ ਜਦ ਤੁਸੀਂ ਫੋਨ ਕਰਦੇ ਸਾਡੀ ਮੀਟਿੰਗ ਦੀ ਸਰ 11 ਵਜੇ ਤੋਂ ਹੋਏਗੀ ਮੀਟਿੰਗ, ਪਰ ਸਾਡੀਆਂ ਵੀ ਕੋਈ ਮਜਬੂਰੀਆਂ ਨੇ ਨਾ। ਜਿਹੜਾ ਤੁਸੀਂ ਇੱਕ ਜਵਾਬ ਦਿੱਤਾ ਵੀ ਜਿਹਨੂੰ ਮਰਜ਼ੀ ਮਿਲ ਲਓ, ਮੈਂ ਕਿਹਾ ਜੀ ਮੈਂ ਡੀਸੀ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ। ਕਹਿੰਦੇ ਤੁਸੀਂ ਗਲਤ ਸਟੇਟਮੈਂਟ ਦਿੰਦੇ ਜਿਹਦੇ ਮੇਰੇ ਕੋਲ ਆਨ ਦਾ ਰਿਕਾਰਡ ਹੈਗਾ ਜੀ, ਮੈਂ ਤੁਹਾਨੂੰ ਬਾਅਦ ਚ ਦੇ ਸਕਦਾ। ਕੋਈ ਗੱਲ ਨਹੀਂ, ਆਨ ਦਾ ਰਿਕਾਰਡ ਹੈ ਕਿ ਜਿਹਦੇ ਨਾਲ ਮਰਜ਼ੀ ਕਰ ਲਓ, ਤੁਹਾਡਾ ਮਾਲ ਜਿਹੜਾ ਕੱਟਿਆ ਗਿਆ ਇਹ ਨਹੀਂ ਮਿਲਣਾ। ਇਹ ਨਹੀਂ, ਮੈਂ ਕਿਹਾ ਪ੍ਰਾਈਵੇਟ ਦੇ ਕੱਟ ਲਿਆ, ਤੁਸੀਂ ਗਲਤ ਨਾ ਬੋਲੋ। ਤੁਹਾਡੇ ਕੋਲੋਂ ਤੁਸੀਂ ਆਫੀਸਰ ਹੋ, ਤੁਸੀਂ ਅੱਜ ਇੱਥੇ ਕਿਉਂ ਆਏ ਆ? ਤੁਹਾਡਾ ਤਾਂ ਮਾਲ ਹੀ ਨਹੀਂ ਹੈਗਾ। ਨਹੀਂ ਸਾਡਾ ਨਹੀਂ ਤੁਸੀਂ ਕਹਿੰਦੇ ਆ ਕਿ ਕਿੰਨਾ ਆਇਆ ਮਾਲ ਪ੍ਰਾਈਵੇਟ ਦਾ, ਕਿੰਨਾ ਨਹੀਂ। ਦੇਖੋ ਪ੍ਰਾਈਵੇਟ ਦਾ ਅਸੀਂ ਤਾਂ ਜੋ ਆਪਾਂ ਨੂੰ ਐਲੋਕੇਸ਼ਨ ਹੋਈ ਆ ਅਸੀਂ ਉਹਦਾ ਸਪਲਾਈ ਦੀ ਲੈਣੀ ਨਹੀਂ ਆਪਣੀ। ਸਾਨੂੰ ਕਹਿੰਦੇ ਕਿ ਸਾਡਾ ਮਾਲ ਹੀ ਨਹੀਂ, ਉਹਦੇ ਵਿੱਚ ਸਾਨੂੰ 540 ਐਮਟੀ ਇਸ਼ੂ ਕੀਤਾ ਜੀ। ਰੈਕ ਹੁੰਦਾ ਹੈ ਹਾਂਜੀ ਸ਼੍ਰੀਮਾਨ, ਤੁਸੀਂ ਕਹਿੰਦੇ 1000 ਐਮਟੀ ਦਾ ਟੋਟਲ ਰੈਕ ਹੈ ਜੀ ਅੱਜ ਦਾ। ਜੋ ਮੇਰੀ ਗੱਲ ਸੁਣੋ, ਇਹ ਤਾਂ ਜਾਣਾ ਪ੍ਰਾਈਵੇਟ ਨੂੰ ਆ, ਤੁਸੀਂ ਪ੍ਰਾਈਵੇਟ ਦੇ ਨੁਮਾਇੰਦੇ ਆ ਕਿ ਸਰਕਾਰੀ ਦੇ? ਤੁਸੀਂ ਕੀ ਕਰਨਾ ਹੈ? ਸਰ ਅਸੀਂ ਸਰਕਾਰੀ ਮੁਲਾਜ਼ਮ ਹੈਗੇ ਆ ਜੀ। ਸਰਕਾਰੀ ਟੋਟਲ 1000 ਐਮਟੀ ਇਸ਼ੂ ਹੋਇਆ ਹੈਗਾ ਸਪਲਾਇਰ ਵੱਲੋਂ, ਜਿਹਦੇ ਵਿੱਚ ਸਾਨੂੰ 540 ਐਮਟੀ ਇਸ਼ੂ ਕੀਤਾ, ਬਾਕੀ ਸਾਰਾ ਪ੍ਰਾਈਵੇਟ ਜਾ ਰਿਹਾ ਜੀ। ਇਹ ਹੁਣ ਸਪਲਾਇਰ ਤੇ ਡਿਪੈਂਡ ਹੈਗਾ ਜੀ, ਸਾਨੂੰ ਜੋ ਐਲੋਕੇਟ ਕੀਤਾ ਹੈਗਾ ਅਸੀਂ ਉਹ ਲੈ ਲੈਣਾ ਆਪਣਾ ਜੀ। ਜਿੰਨਾ ਵੀ ਮਾਲ ਪਿਛਲੇ 2 ਰੈਕ ਲੱਗੇ ਨੇ, ਮੈਂ ਮੇਰੇ ਜ਼ਿੰਮੇਵਾਰ ਅਫਸਰ ਖੜੇ ਨੇ, ਇਹਨਾਂ ਨੂੰ ਪੁੱਛੋ ਵੀ ਬੰਗਿਆਂ 'ਚ ਕਿੰਨਾ ਗਿਆ ਤੇ ਨਵੇਂ ਸ਼ਹਿਰ 'ਚ ਕਿੰਨਾ ਰਿਹਾ। ਦੇਖੋ ਜੀ ਡਿਮਾਂਡ ਦੇ ਅਕੋਰਡਿੰਗ ਡਿਮਾਂਡ ਪਹਿਲਾਂ ਵੀ ਦੱਸ ਰਹੇ ਤੁਹਾਨੂੰ ਸਰ, ਜੋ ਡਿਮਾਂਡ ਹਰ ਸੁਸਾਇਟੀ ਨੇ ਦਿੱਤੀ ਹੋਈ ਆ। ਡਿਮਾਂਡ ਤੁਸੀਂ, ਮੈਂ ਤੁਹਾਨੂੰ ਪਰਸਨਲ ਨੰਬਰ ਦੇ ਦੇਣਾ ਸੁਸਾਇਟੀਆਂ ਦੇ, ਤੁਸੀਂ ਆਪ ਪੂਰਾ ਉਹਨਾਂ ਨਾਲ ਗੱਲਬਾਤ ਕਰਕੇ ਸ਼ਾਮ ਨੂੰ ਪ੍ਰੋਗਰਾਮ ਚਲਾਇਓ। ਲਾਈਵ ਚਲਾਉਣ ਨੂੰ ਵੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਪੂਰਾ ਐਨ ਇੱਕ ਤਰਫਾ ਗੱਲ ਜਿਹੜੀ ਕੱਢ ਕੇ ਫਿਰ ਚਲਾਇਓ। ਡਿਮਾਂਡਸ ਪਹਿਲਾਂ ਵੀ ਦਿੰਦੇ ਰਹੇ ਹੋ? ਬਿਲਕੁਲ ਸਾਰੀਆਂ ਸੁਸਾਇਟੀਆਂ ਨੇ ਡਿਮਾਂਡਸ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਕਿ ਇਹਨਾਂ ਦਾ ਫਰਜ਼ ਨਹੀਂ ਬਣਦਾ, ਇਹਨਾਂ ਦੀ ਰਿਪੋਰਟ ਕਰਨਾ ਨਹੀਂ ਬਣਦਾ ਸਰਕਾਰ ਨੂੰ ਉੱਪਰ ਵੀ ਸਾਡੇ ਕੋਲ ਮਾਲ ਘੱਟ ਆ ਰਿਹਾ, ਪ੍ਰਾਈਵੇਟ ਜ਼ਿਆਦਾ ਆ ਰਿਹਾ। ਸੁਸਾਇਟੀ ਵਾਲਾ ਟਰੱਕ ਚੱਲਿਆ, ਜਾਣ ਦਿੱਤਾ ਜਾਏਗਾ? ਹਜੇ ਕੋਈ ਨਹੀਂ, ਜਦੋਂ ਤੱਕ ਫੈਸਲਾ ਨਹੀਂ ਹੁੰਦਾ ਕੋਈ ਟਰੱਕ ਨਹੀਂ ਜਾਊਗਾ। ਬਿਲਕੁਲ ਸਾਰੀਆਂ ਸਾਈਡ ਤੇ ਲਵਾ ਲਈਆਂ ਜਾਣਗੀਆਂ। ਸੁਸਾਇਟੀ ਨੂੰ ਜਾ ਰਿਹਾ ਹੋਵੇ, ਜਿਹੜਾ ਮਰਜ਼ੀ ਹੋਵੇ ਜੀ, ਅਸੀਂ ਦੇਖ ਕੇ ਜਾਣ ਦੇਣਾ ਵੀ ਕਿਹੜਾ ਕਿੱਥੇ ਜਾ ਰਿਹਾ। ਇਹ ਅੱਜ ਦਾ ਨਹੀਂ ਘਪਲਾ ਹੋ ਰਿਹਾ। ਪਿਛਲੀ ਵਾਰੀ ਆਪਣੇ ਕੋਈ ਸੋਹਣ ਲਾਲ ਕੇ ਮੋਹਣ ਲਾਲ ਜੀ ਬੈਠ ਗਏ ਉੱਥੇ, ਸਾਡੇ ਸਾਰੇ 2 ਰੈਕ ਬੰਗਿਆਂ 'ਚ ਸਪਲਾਈ ਕੀਤੀ ਆ। ਸਾਡੀ ਨਵੇਂ ਸ਼ਹਿਰ ਦੀ ਕੋਈ ਸਪਲਾਈ ਨਹੀਂ ਸੀ, ਬੜਾ ਚੌਰ ਦੀ ਕੋਈ ਸਪਲਾਈ ਨਹੀਂ ਸੀ। ਇਹ ਧੱਕਾ ਬਿਲਕੁਲ ਨਹੀਂ ਚੱਲੂਗਾ। ਇਹ ਕਹਿੰਦੇ ਸੀ ਮੈਨੂਫੈਕਚਰਰ ਨਹੀਂ ਆ, ਸਾਨੂੰ ਸਪਲਾਇਰ ਤੇ ਹੈ, ਵੰਡ ਤੇ ਸਹੀ ਕਰ ਸਕਦੇ ਆ। ਸਰ ਤੁਸੀਂ ਕੋਈ ਫੀਡਬੈਕ ਨਹੀਂ ਦਿੰਦੇ? ਤੁਸੀਂ ਕੋਈ ਫੀਡਬੈਕ ਨਹੀਂ ਦਿੰਦੇ ਜੀ? ਤੁਸੀਂ ਕੋਈ ਫੀਡਬੈਕ ਪਹਿਲਾਂ ਨਹੀਂ ਦਿੰਦੇ? ਰੈਕ ਆਉਣ ਤੋਂ ਪਹਿਲਾਂ ਕੋਈ ਫੀਡਬੈਕ ਨਹੀਂ ਦਿੰਦੇ ਤੁਸੀਂ? ਨਹੀਂ, ਕਿਉਂ ਨਹੀਂ ਦਿੰਦੇ? ਅਸੀਂ ਸਾਰਾ ਦੱਸਦੇ ਫਿਰ ਇਹ ਪੇਚਾ ਕਿਉਂ ਪੈ ਗਿਆ ਜੀ? ਫਿਰ ਉਹ ਲਿਸਟ ਬਣਾਈ ਜਾਂਦੀ ਕੰਪਨੀ ਨੇ, ਫਿਰ ਉਹਦੇ ਵਿੱਚ ਸਵੇਰੇ ਮੈਂ ਇਹਨਾਂ ਨੂੰ ਪਰ ਇਹਨਾਂ ਦੀ ਰਿਕੁਆਇਰਮੈਂਟ ਨਹੀਂ ਦੇਖਦੇ ਤੁਸੀਂ? ਇਹਨਾਂ ਦੀ ਸ਼ੇਅਰ ਵੀ ਕੀਤੀ ਆ ਮੈਂ ਸਾਰੇ ਇਹਨਾਂ ਨੂੰ ਭਾਜੀ ਉਹਨਾਂ ਨੂੰ ਵੀ ਦੱਸਿਆ ਤੇ ਆ ਦੇਖੋ 27 ਸੈਟੀਆਂ ਦੀ ਮੈਂ ਨਵੇਂ ਸ਼ਹਿਰ ਚ ਲੈ ਕੇ ਸਿੱਧੀ ਜੇ ਗੱਲ ਹੈ ਵੀ ਸਾਡੀਆਂ ਗੱਡੀਆਂ ਦੇ ਕੇ ਖੋਲੀਆਂ, ਉਹ ਕੰਮ ਅਸੀਂ ਹੋਣ ਨਹੀਂ ਦੇਣਾ। ਸਿੱਧੀ ਜੇ ਗੱਲ ਬਸ ਸਿੱਧੀ ਗੱਲ ਹੈ। ਸਰ ਦੇ ਕੇ ਖੋਲੀਆਂ ਕਹਿੰਦੇ ਉੱਥੇ ਤੁਸੀਂ ਕੀ ਸਾਡੇ ਦੇਖੋ ਸਾਡੇ ਅਸੀਂ ਪਾਈਆਂ ਅੱਗੇ ਵੀ ਤਾਂ ਹੋਈ ਆ। ਸਪਲਾਈ ਦੇਖੋ ਸਪਲਾਈ ਤੁਸੀਂ ਦੇ ਕੇ ਖੋਈਆਂ ਗੱਡੀਆਂ? ਨਹੀਂ ਅਸੀਂ ਨਹੀਂ ਖੋਈਆਂ। ਪੁੱਛੋ ਜੱਸਾ ਸਿੰਘ ਨੂੰ, ਸਵੇਰੇ ਗੱਲ ਨਹੀਂ ਹੋਈ। ਅਸੀਂ ਕਿਸੇ ਦੀ ਗੱਡੀ ਨਹੀਂ ਖੋਈ। ਜੱਸਾ ਸਿੰਘ ਨੂੰ ਪੁੱਛੋ, ਤੁਸੀਂ ਕਰਕੇ ਗੱਲ ਕਰੋ ਨਾ। ਇੱਕ ਮਿੰਟ, ਅਸੀਂ ਕਿਉਂ ਤੁਹਾਡੀ ਉਹ ਗੱਡੀ ਇੱਕ ਤਾਂ ਸੋਸਾਇਟੀ ਨੂੰ ਆਪਾਂ ਦੇ ਰਹੇ ਫਿਰ ਅਸੀਂ ਕਿਉਂ ਲਾਵਾਂਗੇ ਗੱਡੀ? ਸਾਨੂੰ ਤਾਂ ਦੇਤੀਆਂ ਉਹਨਾਂ ਨੇ ਸਵੇਰੇ ਫੋਨ ਦੇ ਉੱਤੇ। ਮੈਂ ਕਿਹਾ ਤੁਹਾਡੀ ਆ ਲਿਸਟ ਦੇ ਵਿੱਚ ਤੁਸੀਂ ਕਹਿੰਦੇ ਤੁਹਾਡੀਆਂ ਹੈ ਹੀ ਕੋਈ ਕੋਈ। ਗੱਡੀ ਦੇ ਕੇ ਖੋਈ ਕਿੰਨੇ? ਹਾਂਜੀ ਦੇ ਕੇ ਗੱਡੀ ਕਿੰਨੇ ਖੋਈ? ਦੇਖੋ ਇਹ ਹੁਣ ਇਹਨੇ ਜ਼ਿਆਦਾ ਬਿਹਤਰ ਦੱਸ ਸਕਦੇ ਆ। ਸਿਰਫ ਆਹੀ ਕੰਮ ਹੁੰਦਾ ਜੀ, ਹੋਰ ਕੋਈ ਗੱਲ ਨਹੀਂ ਹੈ। ਪਹਿਲਾਂ ਵੀ ਹੋਇਆ ਵਾ ਐ ਨਹੀਂ ਹੋਣਾ, ਪਹਿਲਾਂ ਵੀ ਹੋਇਆ ਇਹ। ਸਾਡੇ ਕੋਲ ਹੁੰਦਾ ਰਿਕਾਰਡ ਹੈ। ਅਮਰਜੀਤ ਜੀ, ਪਹਿਲੀ ਵਾਰ ਪ੍ਰੋਬਲਮ ਹੈ ਕਿ ਹਰ ਵਾਰੀ ਆਉਂਦੀ ਹੈ? ਇੱਕ ਮਿੰਟ ਜੀ, ਇਹ ਪਹਿਲੀ ਵਾਰ ਪ੍ਰੋਬਲਮ ਹੈ ਕਿ ਹਰ ਵਾਰੀ ਆਉਂਦੀ ਹੈ? ਇਹ ਹਰ ਵਾਰੀ ਆਉਂਦੀ ਆ। ਡੀਸੀ ਸਾਹਿਬ ਨਾਲ ਵੀ ਪਹਿਲਾਂ ਵੀ ਗੱਲ ਹੋ ਚੁੱਕੀ ਹੈ। ਪਿਛਲੀ ਵਾਰੀ ਵੀ ਇਦਾਂ ਹੀ ਹੋਈ ਸੀ। ਸਰ ਚਾਰ ਸਪਲਾਈ 4 ਕੰਪਨੀ ਨੇ ਤਾਂ ਬਿਲਕੁਲ ਸਰ ਸ਼ਾਰਟੇਜ ਕਿਤੇ ਨਹੀਂ ਆ। ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ, ਸ਼ਾਰਟੇਜ ਨਹੀਂ ਕਿਤੇ। ਮੇਰੇ ਨਾਲ ਚੱਲੋ, ਪ੍ਰਾਈਵੇਟ ਜਿਹਦੇ ਕੋਲੋਂ ਮਰਜ਼ੀ ਤੁਸੀਂ ਨਾਲ ਸਲਫਰ ਚੱਕ ਲਓ, ਭਾਵੇਂ ਗੱਡੀ ਲੈ ਲਓ, ਗੱਡੀ ਲੈ ਲਓ, ਯੂਰੀਆ ਲਿਕੁਇਡ ਯੂਰੀਆ ਲੈ ਲਓ, ਨੈਨੋ ਲੈ ਲਓ, ਕੋਈ ਵੀ ਨਾਲ ਪ੍ਰੋਡਕਟ ਲੈਣੇ ਪਊਗੇ ਜ਼ਿਮੀਦਾਰ ਨੂੰ। ਜਿਹਦੀ 3 ਮਹੀਨੇ 2 ਮਹੀਨੇ ਬਾਅਦ ਲੋੜ ਆ, ਉਹ ਜ਼ਿਮੀਦਾਰ ਖੱਪ ਕੇ ਉਹ ਮਾਲ ਲੈਂਦੇ ਨੇ ਕਿ ਚਲੋ ਨਾਲ ਸਪਰੇਆਂ ਦੇ। ਇਹਨਾਂ ਦਾ ਕੋਈ ਕਿਸੇ ਦਾ ਪ੍ਰਸ਼ਾਸਨ ਬਿਲਕੁਲ ਜ਼ਿਮੀਦਾਰਾਂ ਦੀ ਮੋਟੀ ਲੁੱਟ ਹੋ ਰਹੀ ਆ, ਮੋਟੀ। ਬਹੁਤ ਸਾਰੇ ਲੋਕ, ਮੈਂ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰਦੇ ਆ, ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਇਹ ਰਾਜਨੀਤੀ ਕਰਨ ਆ ਗਏ, ਇਹਨਾਂ ਨੇ ਤਾਂ ਸੀਟ ਲੜਨੀਆਂ ਤਾਂ ਆ ਗਏ। ਮੇਰੇ ਵੀਰੋ, ਹਜੇ ਵੀ ਸੁਧਰ ਜਾਓ, ਹਜੇ ਵੀ ਸੁਧਰ ਜਾਓ। ਮੌਕਾ ਨਿਕਲ ਜਾਓ ਪਾਰਟੀਆਂ ਚੋਂ, ਨਹੀਂ ਤਾਂ ਐਦੇ ਸੜਕਾਂ ਤੇ ਬੈਠਣਾ ਪੈਣਾ ਜਿਵੇਂ ਹੁਣ ਅਸੀਂ ਬੈਠਣ ਲੱਗੇ ਆ। ਨਿਕਲ ਕੇ ਸਾਰੀਆਂ ਪਾਰਟੀਆਂ ਜੋ ਸੰਯੁਕਤ ਸਮਾਜ ਮੋਰਚੇ 'ਚ ਆ ਜਾਓ, ਕਿਸਾਨੀ ਦੇ ਨਾਲ ਖੜ ਜਾਓ। ਇੰਨਾ ਹੀ ਮੈਂ ਕਹਿ ਦਿੰਦਾ ਵੀ ਕਿਸਾਨੀ ਦੇ ਨਾਲ ਖੜ ਜਾਓ। ਵਰਗ ਤਾਂ ਹੋਰ ਵੀ ਬਹੁਤ ਹੈ ਨਾ ਫਿਰ? ਬਿਲਕੁਲ ਹੈਗਾ। ਮੈਂ ਤੁਹਾਨੂੰ ਉਹੀ ਗੱਲ ਦੱਸਦਾ,
ਤੁਸੀਂ ਸਾਹਮਣੇ ਹੋ, ਬਿਲਕੁਲ ਲੁੱਟ-ਖਸੁੱਟ ਹੋ ਰਹੀ ਹੈ। ਤੁਸੀਂ ਜ਼ਿਮੀਂਦਾਰਾਂ ਤੋਂ ਪਿੰਡਾਂ 'ਚ ਇੱਕ ਦਿਨ ਗਰੀਬ ਗੇੜੀ ਜ਼ਿਮੀਦਾਰ ਲਾ ਜਿਹੜਾ ਕੇ ਉਹ ਕਿਵੇਂ ਫਿਰ ਇਹਨੂੰ ਟੈਕਲ ਕਿਵੇਂ ਕਰਦਾ, ਪੈਸਾ ਕਿੱਥੋਂ ਲਿਆਂਦਾ ਫਿਰ? ਮੈਂ ਦੱਸਦਾ ਜੀ ਕਿਵੇਂ ਹੋ ਰਿਹਾ। ਗਹਿਣੇ ਪਾ ਕੇ ਜ਼ਮੀਨ ਆੜਤੀਆਂ ਤੋਂ ਆੜਤੀਆਂ ਦੀਆਂ ਮਿਹਨਤਾਂ ਕਰ ਕਰਕੇ ਵਿਆਜ ਤੇ ਪੈਸੇ ਪੈਰੀ ਹੱਥ ਲਾ ਲਾ ਕੇ ਖਾ ਜੋਗੇ ਪੈਸੇ ਲੈ ਰਹੇ ਆ। ਇਸ ਗੱਲ ਨੂੰ ਤੁਸੀਂ ਮੰਨਦੇ ਆ? ਉਹ ਵੀ ਜਿਹੜਾ 270 ਨੂੰ ਥੈਲਾ 400 ਨੂੰ ਪੈ ਰਿਹਾ ਸਾਨੂੰ। ਆਪਣੇ ਪਿੰਡ ਦੇ ਮਾੜੇ ਹਾਲਾਤ ਦੱਸ ਦਿਓ, ਹੋਰ ਜ਼ਿਮੀਦਾਰਾਂ ਦੇ ਬਾਰੇ ਦੱਸ ਦਿਓ। ਸਭ ਦਾ ਇਹੀ ਹਾਲ ਆ, ਜ਼ਿਮੀਂਦਾਰ ਚਾਹੇ ਵੱਡਾ ਚਾਹੇ ਛੋਟਾ, ਸਭ ਦਾ ਇਹੀ ਹਾਲ ਆ। ਸਿਰਫ ਇੱਕ ਪੜਦਾ ਜਿਵੇਂ ਅਮਰਜੀਤ ਜੀ ਕਹਿ ਰਹੇ ਪ੍ਰਾਈਵੇਟ ਜੇ ਕਿਸੇ ਕੋ ਜਾਣਾ ਪੈਂਦਾ ਹਾਂਜੀ ਤਾਂ ਉਹ ਜਿਵੇਂ ਦੱਸਦੇ ਆ ਕਿ ਨਾਲ ਦੀ ਨਾਲ 2 ਮਹੀਨੇ ਬਾਅਦ ਵੀ ਜਿਹੜੀ ਚੀਜ਼ ਯੂਜ਼ ਕਰਨੀ ਪੈਂਦੀ ਹੈ ਉਹ ਵੀ ਖਰੀਦਣੀ ਪੈਂਦੀ ਹੈ। ਇਹ ਗੱਲ ਸੱਚ ਹੈ? ਸਹੀ ਆ, ਸੱਚ ਆ ਬਿਲਕੁਲ। ਮੈਂ ਖੁਦ ਕੀ ਖਰੀਦੀ। ਖਰੀਦਣਾ ਪੈਂਦਾ? ਉਹਨਾਂ ਨੇ ਉਹ ਚੀਜ਼ ਦੇਣੀ ਜਿਹਦੀ ਸਾਨੂੰ ਲੋੜ ਨਹੀਂ ਹੈਗੀ। ਸਲਫਰ ਦੀ ਲੋੜ ਝੋਨੇ ਦੇ ਪੈਣੀ ਆ, ਹੁਣ ਦੇ ਰਹੇ ਆ। ਸਰ ਕੋਈ ਜਵਾਬ ਹੈ ਤੁਹਾਡੇ ਕੋਲ? ਪ੍ਰਾਈਵੇਟ ਦੀ ਗੱਲ ਹੈ। ਚਲੋ ਜੇ ਸਪਲਾਈ ਪ੍ਰੋਪਰ ਹੋਵੇ ਫਿਰ ਤਾਂ ਨਾ ਫਿਰ ਇਸ਼ੂ ਤਾਂ ਆਵੇ। ਹੋਣੀ ਨਹੀਂ ਦਿੱਕਤ। ਦੇਖੋ ਅਸੀਂ ਮੰਗ ਕਰਦੇ ਹਾਂ ਸਰਕਾਰਾਂ ਤੋਂ, ਜਿਹੜੀਆਂ ਵੀ ਬਣ ਗਈਆਂ ਅੱਗੇ ਉਹ ਪਤਾ ਨਹੀਂ ਕੀ ਹੋਣਾ, ਜਿਹੜੀ ਵੀ ਬਣੇਗੀ ਕਿ ਪਹਿਲਾਂ ਜਿਵੇਂ 20 ਔਰ 80 ਦੀ ਰੇਸ਼ੋ ਚੱਲਦੀ ਸੀ, ਸੋਸਾਇਟੀਆਂ ਨੂੰ 80% ਮਾਲ ਜਾਂਦਾ ਸੀ, ਉਹਦੇ ਉੱਤੇ ਜਾਣਾ ਪਊਗਾ। ਉਹਦੇ ਨਾਲ ਸਾਰਾ ਤਾਂ ਹੀ- ਸੈਟਲ ਵੀ ਹੋ ਤਾਂ ਹੀ ਜਾਣਾ ਸਿਸਟਮ ਚੱਲੂਗਾ। ਉਹਦੇ ਨਾਲ ਸੈਟਲ ਵੀ ਸਰ ਸਾਰਾ ਅਸੀਂ ਅੱਜ ਦੀ ਗੱਲ ਕਲੀਅਰ ਕਰ ਦਿੰਨੇ ਆ, ਕੰਪਨੀ ਨਾਲ ਗੱਲਬਾਤ ਕਰ ਲੈਣੀ। ਅਮਰਜੀਤ ਇੱਕ ਗੱਲ ਕਲੀਅਰ ਕਰਿਓ, ਇੱਕ ਖੇਤ 'ਚ ਕਿੰਨਾ ਕੁ ਯੂਰੀਆ ਪੈਂਦਾ? ਇੱਕ ਖੇਤ ਦੇ ਵਿੱਚ ਜੀ 2 ਯੂਰੀਏ ਦੇ ਬੋਰੇ ਪੈਂਦੇ ਆ। ਇਸ ਵਾਰ ਬਾਰਿਸ਼ ਕਰਕੇ, ਬਾਰ-ਬਾਰ ਬਾਰਿਸ਼ ਕਾਰਨ ਕਰਕੇ ਜ਼ਿਮੀਂਦਾਰਾਂ ਨੂੰ ਇੱਕ ਇਹ ਹੁੰਦਾ ਵੀ ਇਹ ਪੀਲੀ ਹੋ ਗਈ ਆ, ਇਹਦੇ ਵਿੱਚ ਨਾਈਟ੍ਰੋਜਨ ਹੋਰ ਪਾ ਲਈ ਜਾਵੇ ਤੇ ਸ਼ਾਇਦ ਥੋੜਾ ਬਹੁਤਾ ਅਸੀਂ ਬਚ ਸਕਦੇ ਹਾਂ। ਇਸ ਕਰਕੇ ਇਸ ਵਾਰ ਤਾਂ ਵੈਸੇ ਹੀ ਜ਼ਰੂਰਤ ਵੱਧ ਗਈ ਆ। ਮੈਂ ਦੁਬਾਰਾ ਫੇਰ ਕਰਦੇ ਆ ਕਿ ਸ਼ਾਰਟੇਜ ਕੋਈ ਨਹੀਂ ਆ, ਮਿਲ ਕੇ ਲੁੱਟ ਹੋ ਰਹੀ ਹੈ। ਦੂਜਾ ਰੈਕ ਆ ਗਿਆ, ਕਿੱਥੇ ਗਿਆ ਜੀ? ਸੋਸਾਇਟੀਆਂ ਫਿਰ ਖਾਲੀ ਪਈਆਂ। ਸੋਸਾਇਟੀਆਂ ਖਾਲੀ ਆ, ਪਹਿਲਾਂ ਸੋਸਾਇਟੀਆਂ ਨੂੰ ਪੂਰਾ ਕਰ ਦੇਣਾ। ਇੱਕ ਸੋਸਾਇਟੀ ਨੂੰ 280 ਬੈਗ ਮਿਲਦੇ ਆ ਸਿਰਫ। ਸਾਰੇ ਪੱਖ ਸੁਣ ਲਏ ਸੀ, ਪਰ ਅਮਰਜੀਤ ਜੀ ਇੱਕ ਹੋਰ ਵੱਡੀ ਖਬਰ ਲੈ ਕੇ ਆਏ। ਸਰ ਇਹ ਦੱਸ ਦਿਓ ਕੀ ਡਿਟੇਲ ਹੈ ਜੀ? ਡਿਟੇਲ ਹੈਗੀ ਆ ਜੀ, ਇਹ ਚੌਂਤਾ ਲੁਧਿਆਣੇ 'ਚ ਪੈਂਦਾ। ਸਾਡੀਆਂ ਸੋਸਾਇਟੀਆਂ ਨੂੰ ਛੋਟੀਆਂ ਗੱਡੀਆਂ ਔਰ ਇਹਨਾਂ ਦੀ 560 ਆ, ਹਜੇ ਪਤਾ ਨਹੀਂ ਇਸੇ ਬੰਦੇ ਦੀਆਂ ਕਿੰਨੀਆਂ ਹੋਣੀਆਂ ਜੀ। ਇੱਕ ਦੀਆਂ ਵੀ 10 ਗੱਡੀਆਂ ਹੋ ਸਕਦੀਆਂ। ਉਹ ਅਸੀਂ ਬਿਲਕੁਲ ਜੀ ਅੱਗੇ 8 ਗੱਡੀਆਂ ਇੱਕੋ ਬੰਦੇ ਨੂੰ ਜਾ ਚੁੱਕੀਆਂ ਜੀ। ਹਾਂਜੀ ਅੱਜ ਦੇਖ ਤੁਸੀਂ ਚੈੱਕ ਕਰ ਸਕਦੇ ਹੋ, ਆ ਪਿੰਡ ਦਾ ਨਾਮ ਲਿਖਿਆ ਹੋਇਆ ਚੌਂਤਾ। ਪੋਸੀਬਲ ਹੈ ਨਵੇਂ ਸ਼ਹਿਰ ਤੋਂ ਇਹਦਾ ਜਾਣਾ ਅਲਾਉਡ ਹੈ? ਦੇਖੋ ਅਸੀਂ ਨਹੀਂ ਚਾਹੁੰਦੇ, ਇਦਾਂ ਹੋਣਾ ਨਹੀਂ ਚਾਹੀਦਾ। ਜੇ ਸਾਡੇ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਆਈਏ ਤਾਂ ਨਵੇਂ ਸ਼ਹਿਰ ਜ਼ਿਲ੍ਹੇ 'ਚ ਹੀ ਰਹਿਣੀ ਚਾਹੀਦੀ ਹੈ। ਗੱਲ ਕਰ ਲਈ ਕੋਈ ਜੱਸਾ ਕਰ ਲਓ ਜੀ, ਉਹਨਾਂ ਨਾਲ ਕਰ ਲਓ, ਪਰ ਇਹ ਲਿਆਓ ਡਿਟੇਲ ਲਿਆਓ। ਇਹ ਗੱਡੀਆਂ ਜਿਹੜੀਆਂ ਹੁਣ ਇੱਥੋਂ ਸਾਡੇ ਚੋਂ ਲੱਦ ਕੇ ਬਾਹਰ ਵਾਲੇ ਡੀਲਰਾਂ ਨੂੰ ਦਿੱਤੀਆਂ ਜਾ ਰਹੀਆਂ। ਜਾ ਰਹੀ ਹੈ ਜੀ, ਤੇ ਜ਼ਿਲ੍ਹੇ ਨੂੰ ਮਾਲ ਆਇਆ, ਕਹਿੰਦੇ ਬਾਹਰ ਕਿਵੇਂ ਚਲਾ ਗਿਆ? ਚੌਂਤਾ ਸੈਟੀ ਆ ਕਿ ਡੀਲਰ ਆ ਇਹ? ਇਹ ਡੀਲਰ ਆ ਜੀ। ਇਹ ਉਹਦੇ ਆਪਣੇ ਇਹਨਾਂ ਨੂੰ ਆਪਣੇ ਠੇਕੇਦਾਰ ਨੂੰ ਪੁੱਛੋ ਜੀ। ਠੇਕੇਦਾਰ ਨੂੰ ਪਤਾ ਹੋਊਗਾ ਜੀ, ਹੁਣ ਇਹਨਾਂ ਨੂੰ ਪਤਾ ਜਾਂ ਠੇਕੇਦਾਰ ਨੂੰ ਪਤਾ, ਜਿਹੜਾ ਵੀ ਦੱਸੋ। ਹਾਂਜੀ ਅਸੀਂ ਇਹ ਬਿਲਕੁਲ ਹੋਣ ਨਹੀਂ ਦੇਣਾ ਜੀ, ਇਹੋ ਜਿਹਾ ਕੰਮ ਇਹ ਨਹੀਂ ਹੋਊਗਾ ਜੀ। ਠੇਕੇਦਾਰ ਕਿਵੇਂ ਅਲਾਉ ਕਰ ਸਕਦਾ? ਓਕੇ ਆਪਣੇ ਕੀ ਨਾਮ ਕਰੋ ਗੱਲ ਜੀ, ਆਓ ਸਰ ਆ ਜਰਾ ਜਵਾਬ ਦਿਓ ਜਿਹਨਾਂ ਦਾ ਸਵਾਲ ਇੱਕ ਕਿ 560 ਜਿਹੜੇ ਬੈਗ ਆ ਇਹ ਜ਼ਿਲ੍ਹੇ ਤੋਂ ਬਾਹਰ ਜਾ ਰਹੇ ਆ, ਪਹਿਲਾਂ ਵੀ ਕਹਿੰਦੇ ਗੱਡੀ ਜਾ ਚੁੱਕੀ ਆ। ਸਰ ਸਾਨੂੰ ਤਾਂ ਮੈਂ ਤਾਂ ਠੇਕੇਦਾਰ ਆ, ਡਿਪਾਰਟਮੈਂਟ ਨੇ ਜੋ ਮੈਨੂੰ ਲਿਸਟ ਦੇਣੀ ਹੈ। ਡਿਪਾਰਟਮੈਂਟ NFL ਜੀ, ਨੈਸ਼ਨਲ ਫੰਡ। ਲਿਆਓ ਵੀ ਦੇਖ ਰਿਹਾ ਜੀ। ਇੱਥੇ ਕੋਈ ਨਹੀਂ, ਉਹਨਾਂ ਦਾ ਲੁਧਿਆਣਾ ਹੈੱਡ ਆਫਿਸ ਹੈ ਜੀ। ਮਗਾਓ ਉਹ ਸਾਨੂੰ ਬਸ ਲਿਸਟ ਭੇਜ ਦੇ, ਮੈਨੂੰ ਸਵੇਰੇ ਰੈਕ ਲੱਗਣਾ, ਆ 1000 MT ਆਣਾ, ਆਪਾਂ ਜਿਵੇਂ ਉਹਨਾਂ ਨੇ ਆਰਡਰ ਦੇਣਾ ਉਵੇਂ ਪਵਾ ਕੇ ਮਾਲ ਭੇਜ ਦੇਣਾ ਜੀ। ਨਹੀਂ ਜਿਹੜਾ ਸੁਸਾਇਟੀਆਂ ਨੂੰ ਆਪਾਂ ਉਹਦੀ ਕੀਤੀ ਜਾਵੇ 200 ਕੱਟਾ ਉਸ ਨੂੰ ਜਾਊਗਾ ਜਾਂ 250 ਇੱਕ ਗੱਡੀ ਜਾਏਗੀ ਜਾਂ ਬੜੀ ਗੱਡੀ ਜਾਏਗੀ ਛੋਟੀ ਗੱਡੀ ਜਾਏਗੀ, ਇਹ ਕੌਣ ਤੈਅ ਕਰਦਾ? ਇਹ ਮਾਰਕਫੈਡ ਵਾਲੇ NFL ਨੂੰ ਲਿਸਟ ਬਣਾ ਕੇ ਭੇਜਦੇ ਆ ਜੀ। ਇਹ ਭੇਜ ਦੇਣ 1000 MT ਦੀ, ਫਿਰ NFL ਉਹਨੂੰ ਵੈਰੀਫਾਈ ਕਰਕੇ ਉਹਦੇ ਚੋਂ ਕੱਟ ਕੇ ਕੁਝ ਪ੍ਰਾਈਵੇਟ ਨੂੰ ਦਿੰਦਾ ਹੈ ਤੇ ਕੁਝ ਮਾਰਕਫੈਡ ਨੂੰ ਦਿੰਦਾ। ਇਧਰੋਂ ਡਿਟੇਲ ਜਾਂਦੀ ਹੈ ਉੱਪਰ? ਇਧਰੋਂ ਬਿਲਕੁਲ, ਇਧਰੋਂ ਡਿਟੇਲ ਜਾਂਦੀ ਹੈ। ਹਾਂਜੀ ਹਾਂਜੀ, ਇਧਰੋਂ ਮਾਰਕਫੈਡ ਨੂੰ ਪੁੱਛਦੇ ਆ ਨਾ, ਜਿਵੇਂ ਸਵੇਰੇ ਰੈਕ ਲੱਗਣਾ FSO ਨੂੰ ਦੱਸ। ਹਾਂ, ਕਿਸੇ ਕੋਲ ਨਹੀਂ ਹੈਗਾ। ਤੁਸੀਂ ਟਾਈਮ ਕੱਢੋ ਸਵੇਰੇ, ਆਪਾਂ ਇਹਨਾਂ ਦੇ ਦਫ਼ਤਰ ਜਾ ਕੇ ਸਾਰਾ ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਵਾ ਦੇਵਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਹੈ, ਸਾਰੀ ਲੁੱਟ ਹੋ ਰਹੀ ਹੈ। ਹਾਂਜੀ ਸਾਨੂੰ ਇੱਥੇ ਨਾ ਭੇਜਣ ਰੈਕ ਉੱਤੇ ਕਲੀਅਰ ਹੋਣਾ ਚਾਹੀਦਾ। ਵੈਸੇ ਤਾਂ ਇਹ ਜ਼ਿੰਮੇਵਾਰੀ ਤੁਹਾਡੀ, ਮੈਂ ਤਾਂ ਤੁਹਾਨੂੰ ਲਾਉਂਗਾ ਜ਼ਿੰਮੇਵਾਰੀ ਤੁਹਾਡੀ ਇਹ ਦਫ਼ਤਰਾਂ ਦੇ ਵਿੱਚ ਜਾ ਕੇ ਇਹਦੀ ਤਹਿ ਤੱਕ ਜਾਇਆ ਜਾਵੇ ਤੇ ਜ਼ਿਆਦਾ ਸਟੇਸ਼ਨ ਛੋਟਾ ਨਵਾਂ ਸ਼ਹਿਰ, ਇੱਥੇ ਮਹੀਨੇ ਦੇ ਅੰਦਰ ਸਿਰਫ 2 ਰੈਕ ਲੱਗਦੇ ਆ। 2 ਰੈਕ ਦਾ ਮਤਲਬ 58000 ਬੋਰੀ ਆਂਦੀ। ਬਿਲਕੁਲ ਬਿਲਕੁਲ, ਡਿਪਾਰਟਮੈਂਟ ਨੂੰ ਚਾਹੀਦਾ ਵੀ ਉਹ ਰੈਕ ਵਧਾਵੇ, ਮਹੀਨੇ ਦੇ ਅੰਦਰ ਸਪਲਾਈ ਵੱਧ ਦੇਵੇ, ਸਾਨੂੰ 5 ਰੈਕ ਦੇਵੇ। ਇਹਨਾਂ ਦੀਆਂ ਪਹਿਲਾਂ ਕਹਿੰਦੇ ਕਿ ਜ਼ਿਮੀਦਾਰ ਨੂੰ ਬਾਹਰ ਜੇ ਕਿਸੇ ਪ੍ਰਾਈਵੇਟ ਡੀਲਰ ਤੋਂ ਲੈਂਦਾ ਤਾਂ ਕਿੰਨਾਂ ਨੂੰ ਤਸ਼ੱਦਦ ਚੱਲਣਾ ਪੈਂਦਾ। ਬਿਲਕੁਲ ਬਿਲਕੁਲ, ਪਹਿਲੇ ਜਿਹੜੀ ਚੀਜ਼ ਨਹੀਂ ਲੈਣੀ ਪੈਂਦੀ ਉਹਦਾ ਵੀ ਐਡਵਾਂਸ ਦੇਣਾ ਪੈਂਦਾ। ਬਿਲਕੁਲ ਜਿਵੇਂ ਬਿਲਕੁਲ। ਨੈਨੋ ਤੁਸੀਂ ਕੀ ਕਹਿ ਰਹੇ ਹਾਂ, ਸੀ? ਨੈਨੋ ਯੂਰੀਆ। ਸਰ ਇਹ ਜ਼ਿਮੀਦਾਰ ਆ ਤਾਂ ਅਸੀਂ ਵੀ ਜ਼ਿਮੀਦਾਰ ਆ, ਅਸੀਂ ਇੱਕ ਮੇਰੇ ਕੋਲ ਇਹਨਾਂ ਦੀ ਹੈਲਪ ਕਰ ਪਾ ਰਹੇ ਆ। ਬਿਲਕੁਲ ਕਰ, ਪਾਪਾ ਦਾ ਨਾਲ ਖੜੇ ਆ ਜੀ ਇਹਨਾਂ ਦੀ ਹੈਲਪ। ਸਰ ਮੇਰੇ ਮੈਂ ਦੱਸਦਾ, ਮੈਂ ਹੁਣ ਇਹਨੂੰ ਕੱਟ ਕੇ ਕਰ ਦਵਾਂ। ਮੇਰੇ ਜੱਸਾ ਸਿੰਘ ਕੋ ਗਏ, ਉਹ ਕਹਿੰਦੇ ਮੇਰੇ ਹੱਥ ਨਹੀਂ ਉੱਧਰ ਜਾਓ,
ਤੁਸੀਂ ਕਹਿੰਦੇ ਮੇਰੇ ਹੱਥ ਨੂੰ, ਕਿਹਦੇ ਹੱਥ ਨੂੰ ਹੱਥ ਫੜ ਲਈਏ? ਐਡਾ ਵੱਡਾ ਰੈਕ ਜੀ, ਕਰੋੜਾਂ ਰੁਪਏ ਦਾ ਰੈਕ ਲੱਗਿਆ ਹੋਇਆ, ਇਹ ਲਵਾਰਸ ਤੇ ਹੈ ਨਹੀਂ। ਇਹ ਲਵਾਰਸ ਤਾਂ ਹੈ ਨਹੀਂਗਾ ਨਾ ਸਾਰੇ। ਕੋਈ ਨਾ ਕਿਸੇ ਦੀ ਰਿਸਪੌਂਸਿਬਿਲਟੀ। ਮੈਂ ਤੁਹਾਨੂੰ ਸਮਝਾ ਦਿੰਦਾ ਪ੍ਰੋਸੈਸ। ਸਵੇਰੇ ਮੰਨ ਲਓ ਰੈਕ ਲੱਗਣਾ ਜੀ, ਪਹਿਲਾ ਡਿਪਾਰਟਮੈਂਟ ਮੰਨ ਲਓ ਸਵੇਰੇ ਆ ਰਹੀ 29000 ਬੋਰੀ, ਡਿਪਾਰਟਮੈਂਟ ਕਰੂਗਾ ਮਾਰਕਫੈਡ ਨੂੰ ਫੋਨ, ਐਫਐਸਓ ਨੂੰ, ਵੀ ਸਾਨੂੰ ਪੂਰੀ ਜ਼ਿਲ੍ਹੇ ਦੀ ਲਿਸਟ ਬਣਾ ਕੇ ਦੇ ਵੀ ਕਿਹਨੂੰ ਮਾਲ ਭੇਜਣਾ। ਐਫਐਸਓ ਭੇਜ ਦਿੰਦਾ ਐਨਐਫਐਲ ਨੂੰ, ਐਨਐਫਐਲ ਨੂੰ 20000 ਦਾ ਉਹਨਾਂ ਨੇ ਭੇਜਤਾ। ਠੀਕ ਹੈ। ਫਿਰ ਐਨਐਫਐਲ ਉਹਦੇ ਚੋਂ ਵੈਰੀਫਾਈ ਕਰਕੇ ਮੰਨ ਲਓ 15000 ਰੱਖ ਲਿਆ, 15000 ਉਹ ਪ੍ਰਾਈਵੇਟ ਛਾਂਟ ਲੈਂਦਾ। ਫਿਰ ਉਹਨਾਂ ਨੇ ਮੈਨੂੰ ਰਾਤ ਨੂੰ ਲਿਸਟ ਭੇਜ ਦੇਣੀ ਹੈ। ਮੇਰਾ ਕੰਮ ਹੈ ਯੂਨੀਅਨ ਤੋਂ ਟਰੱਕ ਲੈ ਕੇ ਸਪਲਾਈ ਕਰਨੀ। ਮੈਂ ਉਹ ਜਿਹੜੀ ਮੇਰੇ ਕੋਲ ਲਿਸਟ ਆਣੀ ਹੈ ਮੈਂ ਟਰੱਕਾਂ 'ਚ ਲੋਡ ਕਰਾਣਾ, ਮਾਲ ਭੇਜ ਦੇਣਾ। ਮੇਰਾ ਕੋਈ ਨਹੀਂ ਹੈ ਚੱਕਦਾ ਨਾ, ਮੇਰੇ ਭਾਵੇਂ ਸਾਰਾ ਮਾਰਕਫੈਡ ਜਾਵੇ, ਪ੍ਰਾਈਵੇਟ ਜਾਵੇ, ਸਾਡਾ ਉਹਦੇ 'ਚ ਕੋਈ ਉਹ ਨਹੀਂ ਹੈ। ਉਹ ਐਨਐਫਐਲ ਮੇਨ ਹੈ, ਐਨਐਫਐਲ ਨੇ ਆਰਡਰ ਲੈਣੇ ਆ, ਐਨਐਫਐਲ ਦਾ ਟੈਂਡਰ ਹੈ ਆਪਣੇ ਕੋਲ। ਗੱਲ ਨਿਕਲ ਕੇ ਆਈ ਜੀ ਸਾਹਮਣੇ ਕਿ ਰਾਤ ਨੂੰ ਰਿਪੋਰਟ ਬਣ ਜਾਂਦੀ ਹੈ। ਇਹ ਗੱਡੀਆਂ ਤੈਅ ਕਰਦੇ ਨੇ ਕਿ ਕੀ ਕਹਿੰਦੇ ਪੁਕਾਰ ਹੁੰਦੀ ਹੈ ਕਿ ਇਹ ਚੱਕਦਾਨੇ ਜਾਏਗੀ, ਇਹ ਬਖਲੌਰ ਜਾਏਗੀ, ਇਹ ਵਜੀਦਪੁਰ ਜਾਏਗੀ, ਇਹ ਸਾਰੀ ਡਿਟੇਲ ਬਣੀ ਹੁੰਦੀ ਹੈ। ਸਾਨੂੰ ਜਦੋਂ ਸਵੇਰੇ ਇਹਨਾਂ ਦੇ ਕੋਲ ਸਾਰੀ ਡਿਟੇਲ ਆ ਗਈ ਤਾਂ ਹੀ ਇਹ ਗੱਡੀਆਂ ਪਕਾ ਰਹੀਆਂ ਨਾ। ਤੇ ਫਿਰ ਉਹ ਸੀਨੀਅਰ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਕੋਲ ਵੀ ਆ ਗਈ ਹੋਗੀ। ਫਿਰ ਬਾਅਦ ਵਿੱਚ ਚੇਂਜ ਕਿਵੇਂ ਹੋ ਗਿਆ? ਰੌਲਾ ਤੇ ਇਸ ਗੱਲ ਦਾ ਜੀ। ਪਹਿਲਾਂ ਤਾਂ ਪੂਰੀਆਂ ਗੱਡੀਆਂ ਕਰ ਜਦੋਂ ਲਈਆਂ ਇਹਨਾਂ ਸਾਨੂੰ ਨੇ। ਯਕੀਨ ਦਿਵਾ ਦਿੱਤਾ ਹੈ ਕਿ ਤੁਹਾਡੇ ਕੋਲ ਇਹ ਗੱਡੀਆਂ ਜਿਹੜੀਆਂ ਇੱਕ ਸੋਸਾਇਟੀ ਨੂੰ ਮਿਲ ਚੁੱਕੀ ਹੈ, ਤੇ ਫਿਰ ਬਾਅਦ ਚ ਚੇਂਜ ਕਿਵੇਂ ਹੋ ਗਿਆ? ਰੌਲਾ ਇਸ ਗੱਲ ਦਾ ਹੈ। ਮੇਰੇ ਕੋਲ ਤਾਂ ਡਿਪਾਰਟਮੈਂਟ ਵੱਲੋਂ 1000 MT ਹੈ, ਜਿਹੜਾ ਮੈਂ ਮਾਲ ਭੇਜਿਆ ਸਿਰਫ ਆਹੀ ਲਿਸਟ ਇੱਕ ਆਈ ਹੈ, ਉਹਦੇ ਥਰੂ ਮੈਂ ਮਾਲ ਪਵਾ ਕੇ ਭੇਜਦਾ। ਆਪਾਂ ਵੀ ਗੱਲ ਕਰ ਲਈਏ, ਕਹਿੰਦੇ 1057 ਜਿਹੜਾ ਟਨ ਆਇਆ ਹੈ, ਉਸ ਤੋਂ 541 ਸੁਸਾਇਟੀ ਨੂੰ ਕਹਿੰਦੇ ਅੱਜ ਦੇਣਾ, 516 ਜਿਹੜਾ ਪ੍ਰਾਈਵੇਟ ਨੂੰ ਭੇਜਾਂਗੇ। ਸਾਫ ਹੀ ਕਲੀਅਰ ਕਰਦੇ ਆ, ਜੇ ਜ਼ਿਮੀਂਦਾਰ ਭਰਾ ਮੇਰੇ ਨਾਂ ਇੱਥੇ ਆ ਕੇ ਖੜਦੇ ਤੇ ਗੱਡੀਆਂ 4 ਚੱਲੀਆਂ ਸੀਆਂ, ਬਾਕੀ ਸਾਰੀਆਂ ਚੇਂਜ ਹੋਣੀਆਂ ਸੀ। ਜਿਹੜੀ ਇਹਨਾਂ ਨੇ ਰੇਸ਼ੋ ਦੱਸੀ ਉਹ ਮੈਂ ਦੱਸ ਬਿਲਕੁਲ ਨਹੀਂ ਜਾਣੀ, ਬਿਲਕੁਲ ਨਹੀਂ ਸੀ ਜਾਣੀ ਜੀ। ਮੈਂ ਤੁਹਾਨੂੰ ਅੱਗੇ ਹੋ ਚੁੱਕਾ ਸਾਡੇ ਨਾਲ, ਅੱਗੇ ਸਾਡੇ ਨਾਲ ਹੋਇਆ। ਇਹ ਸਮਝਦੇ ਹੋ ਗੱਲ ਨੂੰ? ਅੱਗੇ ਹੋਇਆ ਸਾਡੇ ਨਾਲ, ਬਾਰ-ਬਾਰ ਹੋ ਰਿਹਾ। ਇਸੇ ਸੜਕਾਂ ਤੇ ਆਪਾਂ ਕਦੋਂ ਆਨੇ ਆ ਜੀ? ਇੱਕ ਅੱਧੀ ਵਾਰੀ ਹੋ ਰਿਹਾ ਤਾਂ ਜ਼ਿਮੀਂਦਾਰ ਕਦੀ ਪਰਵਾਹ ਹੀ ਨਹੀਂ ਕਰਦਾ। ਸੜਕਾਂ ਤੇ ਉਦੋਂ ਆਂਦਾ, ਹੁਣ ਹੱਲ ਕੀ ਹੋਏਗਾ? ਉਹਨਾਂ ਦੀ ਜਾਨ ਨਿਕਲਦੀ ਆ ਉਦੋਂ ਹੀ ਸੜਕਾਂ ਤੇ ਆਂਦਾ। ਹੱਲ ਇਹਦਾ ਇਹੀ ਆ, ਇਹਨੂੰ ਚੇਂਜ ਕਰਵਾ ਲੈਣ ਉੱਥੋਂ, ਨਹੀਂ ਤਾਂ ਜਾਂ ਤਾਂ ਇਹਨਾਂ ਦਾ ਨੁਕਸਾਨ ਹੋਏਗਾ ਇਹ ਭਰਨਗੇ, ਜਿਹਦਾ ਵੀ ਨੁਕਸਾਨ ਹੋਏਗਾ ਉਹ ਸੰਬੰਧਿਤ ਬੰਦਾ ਭਰੇਗਾ। ਅਸੀਂ ਤੇ ਆਪਣਾ ਲੱਗੇ ਆ ਬੈਠਣ। ਸਾਨੂੰ ਇੱਕ ਚੇਂਜ ਕਰਾ ਦੇਣ, ਸੁਸਾਇਟੀਆਂ ਦਾ ਮਾਲ ਪੂਰਾ ਕਰ ਦੇਣ। ਕਰੋ ਗੱਲ ਜੀ, ਕਰੋ। ਬਿਲਕੁਲ ਕਰਨੀ ਪਊਗੀ ਜੀ ਇਸ ਗੱਲ ਦੀ। ਤੇ ਜਿਹੜੀ ਮਾਰਕਫੈਡ ਉਹ ਤਾਂ ਲੰਘਣ ਨਵੇਂ ਸ਼ਹਿਰ ਦੇ ਵਿੱਚ ਮੰਨ ਲਓ ਉਧਰ ਸਟੇਸ਼ਨ ਬੜੇ ਸਟੇਸ਼ਨ ਆ ਲੁਧਿਆਣੇ 'ਚ, ਇਹ ਨਵੇਂ ਸ਼ਹਿਰ ਦਾ ਸਟੇਸ਼ਨ ਵੀ ਛੋਟਾ ਦੱਸਦੇ ਆ, ਰੈਕ ਵੀ ਛੋਟਾ ਦੱਸਦੇ, ਫਿਰ ਦੂਏ ਜ਼ਿਲ੍ਹੇ ਦੇ ਵਿੱਚ ਖਾਦ ਕਿੱਦਾਂ ਯਾਰ? ਜਵਾਬ ਦੇਣ ਨੂੰ ਕੋਈ ਤਿਆਰ ਨਹੀਂ। ਚੱਕਰ ਤਾਂ ਇਹੀ ਹੈ ਨਾ, ਜਵਾਬ ਦੇਣ ਨੂੰ ਕੋਈ ਵੀ ਬੰਦਾ ਤਿਆਰ ਨਹੀਂ, ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ। ਸਿਰਫ ਇਹ ਕਹਿ ਦੇਣਾ ਕਿ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ, ਸਾਡੇ ਨਹੀਂ ਵੱਸਦੀ ਗੱਲ, ਤੁਹਾਡੀ ਖਾਦ ਕੱਟੀ ਗਈ ਤਾਂ ਕੱਟੀ ਗਈ। ਇਹ ਕੋਈ ਜਵਾਬ ਨਹੀਂ ਆ। ਇਸੇ ਕਰਕੇ ਅਸੀਂ ਸੜਕਾਂ ਤੇ ਆਏ ਆ। ਹਜੇ ਵੀ ਸਾਨੂੰ ਕੋਈ ਪੁਖਤਾ ਜਵਾਬ ਨਹੀਂ ਮਿਲਿਆ। ਅਸੀਂ ਤੇ ਇਹ ਚਾਹੁੰਦੇ ਸੀ ਕਿ ਜ਼ਿੰਮੇਵਾਰ ਖੇਤੀਬਾੜੀ ਅਫਸਰ ਸਾਹਿਬਾਨਾਂ ਨੂੰ ਵੀ ਆਉਣਾ ਚਾਹੀਦਾ ਸੀ ਇੱਥੇ। ਹੋ ਸਕੇ ਤਾਂ ਐਸਡੀਐਮ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਕਿ ਵਾਕਿਆ ਹੀ ਕੋਈ ਨਾ ਕੋਈ ਕਿਤੇ ਨਾ ਕਿਤੇ ਕਤਾਹੀ ਹੋਈ ਆ ਤਾਂ ਉੱਤੇ ਕਾਰਵਾਈ ਕੀਤੀ ਜਾਊਗੀ। ਕਾਰਵਾਈ ਵਾਲੀ ਤਾਂ ਗੱਲ ਇਹ ਵੀ ਮੰਗ ਰਹੇ ਸੀਗੇ ਕਿ ਡਿਟੇਲ ਤੋਂ ਪਹਿਲਾਂ ਕਿੱਧਰ ਕਿੰਨੀ ਭੇਜੀ ਗਈ। ਸਵੇਰ ਦੇ ਦਫ਼ਤਰ ਘੁੰਮਦੇ ਆ ਜੀ, ਸਵੇਰ ਦੇ ਦਫ਼ਤਰ ਘੁੰਮਦੇ ਆ, ਸਾਨੂੰ ਕੋਈ ਡਿਟੇਲ ਨਹੀਂ। ਸੁਸਾਇਟੀ ਵਾਲੀਆਂ ਗੱਡੀਆਂ ਭੇਜ ਦਿਓ। ਸੁਸਾਇਟੀ ਵਾਲੀਆਂ ਗੱਡੀਆਂ ਹੁਣ ਜਾਣ ਲੱਗ ਪਈਆਂ, ਜਾ ਰਹੀਆਂ। ਸੁਸਾਇਟੀ ਵਾਲੀਆਂ ਗੱਡੀਆਂ ਬਿਲਕੁਲ ਜਾ ਰਹੀਆਂ। ਸੁਸਾਇਟੀ ਵਾਲੀਆਂ ਗੱਡੀਆਂ ਵੀ ਰੋਕੀਆਂ ਸੀ, ਹੁਣ ਸੁਸਾਇਟੀ ਵਾਲੀਆਂ ਜਾਣ ਲੱਗ ਪਈਆਂ। ਸੁਸਾਇਟੀ ਵਾਲੀਆਂ ਗੱਡੀਆਂ ਜਾ ਰਹੀਆਂ ਜੀ, ਬਿਲਕੁਲ ਜਾ ਰਹੀਆਂ ਜੀ। ਸਾਡਾ ਕੋਈ ਮਕਸਦ ਨਹੀਂ ਹੈ ਕਿਸੇ ਨੂੰ ਪਰੇਸ਼ਾਨ ਕਰਨਾ। ਲੇਬਰ ਉਵੇਂ ਲੱਦ ਰਹੀ ਆ, ਗੱਡੀਆਂ ਖਾਲੀ ਆਣੀਆਂ ਭਰਨ ਜਾ ਰਹੀਆਂ, ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਹੈ। ਜੋ ਜਾਇਜ਼ ਆ ਉਹੀ ਹੋਏਗਾ, ਲੇਕਿਨ ਆ ਜਿਹੜਾ ਨਜਾਇਜ਼ ਸਾਡੇ ਨਾਲ ਹੁੰਦਾ ਇਹ ਕਦੀ ਨਹੀਂ ਹੋਊਗਾ, ਹੁਣ ਨਹੀਂ ਤੁਹਾਨੂੰ ਕੋਈ ਹੋਊਗਾ। ਇਤਰਾਜ਼ ਨਹੀਂ ਕਿ ਜਿਹੜੇ ਪ੍ਰਾਈਵੇਟ ਡੀਲਰ ਸੀ ਉਹਨਾਂ ਤੱਕ ਉਹਨਾਂ ਦੀ ਜਿਹੜੀ ਖਾਦ ਪਹੁੰਚੇ, ਪਰ ਪਹਿਲਾਂ ਤੁਹਾਡੀ ਪੂਰੀ ਹੋਣੀ ਚਾਹੀਦੀ, ਤੁਹਾਡੀ ਇਹ ਡਿਮਾਂਡ ਹੈ? ਦੇਖੋ ਉਹਨਾਂ ਨੇ ਵੀ ਰੋਟੀ ਖਾਣੀ ਹੈ, ਸਾਡੇ ਭਰਾ ਨੇ, ਅਸੀਂ ਕਿਸੇ ਦੇ ਵੀ ਇਨਕਾਰੀ ਨਹੀਂ ਆ। ਪਰ ਇੱਕ ਬੰਦੇ ਨੂੰ 8 ਗੱਡੀਆਂ ਦੇ ਦੇਣੀਆਂ, ਇੱਕ ਨੂੰ ਕੋਈ ਵੀ ਨਹੀਂ ਦੇਣੀ। ਬੈਲੈਂਸ ਚਾਹੀਦਾ, ਸਭ ਨੂੰ ਅਧਿਕਾਰ ਹੈ ਰੋਟੀ ਕਮਾਉਣ ਦਾ, ਰੋਟੀ ਖਾਣ ਦਾ। ਪਰ ਇਹ ਨਹੀਂ ਵੀ ਜੋ ਧਨਾੜਿਆ ਤਾਂ ਉਹ ਧਨਾੜ ਹੁੰਦਾ ਜਾਏ ਤੇ ਦੂਜੇ ਵਿਚਾਰੇ ਨੂੰ ਮਿਲੇ ਹੀ ਕੁਛ ਨਾ। ਜਦੋਂ ਉਹਨੂੰ ਨਹੀਂ ਕੁਛ ਮਿਲਦਾ ਫਿਰ ਉਹ ਵਿਚਾਰਾ ਕਦੀ 200-400 ਰੁਪਈਆ ਜਾਂ ਜੋ ਹੈਸੀਅਤ ਮੁਤਾਬਕ ਕਿਸੇ ਨਾ ਕਿਸੇ ਨੂੰ ਵੰਡਦਾ, ਫਿਰ ਉਹਦੀ ਗੱਡੀ ਜਾਂਦੀ ਆ। ਉਹਨੇ ਇੱਕ ਵੇਚਣੀ ਹੁੰਦੀ ਆ, ਉਹ 'ਚੋਂ ਵੀ ਉਹਦੇ ਪੈਸੇ ਕੱਟੇ ਜਾਂਦੇ ਆ। ਇਦਾਂ ਨਹੀਂ ਹੋਊਗਾ, ਇਹ ਨਹੀਂ ਹੋਣਾ ਚਾਹੀਦਾ। ਖਬਰ ਦੀ ਪੂਰੀ ਜਾਣਕਾਰੀ ਦੇ ਦੇਵਾਂ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖੀਆਂ ਇਹ ਦੁਪਹਿਰ ਦੇ ਵੇਲੇ ਦੀਆਂ ਹਨ, ਜਿੱਥੇ ਤੁਸੀਂ ਕਿਸਾਨਾਂ ਦਾ ਗੁੱਸਾ ਵੀ ਦੇਖ ਲਿਆ, ਉਹਨਾਂ ਦੇ ਗਿਲੇ ਵੀ ਸੁਣ ਲਏ, ਤੇ ਨਾਲ ਦੀ ਨਾਲ ਇਹ ਵੀ ਸੁਣ ਲਿਆ ਕਿ ਜਿਹੜੇ ਜੱਸਾ ਸਿੰਘ ਨੇ ਬ੍ਰਾਂਚ ਮੈਨੇਜਰ, ਉਹ ਕਹਿੰਦੇ ਆ ਕਿ ਅਸੀਂ ਮੈਨੂਫੈਕਚਰਰ ਨਹੀਂ ਆ, ਅਸੀਂ ਤਾਂ ਸਿਰਫ ਸਮਾਨ ਨੂੰ ਡਿਸਟਰੀਬਿਊਟ ਕਰਦੇ ਹਾਂ, ਖਾਦ ਨੂੰ ਡਿਸਟਰੀਬਿਊਟ ਕਰਦੇ, ਜਿਵੇਂ ਕੰਪਨੀ ਆਰਡਰ ਕਰਦੀ ਅਸੀਂ ਉਸ ਤਰੀਕੇ ਅੱਗੇ ਸਪਲਾਈ ਕਰ ਦਿੰਦੇ ਹਾਂ। ਪਰ ਥੋੜ੍ਹੀ ਦੇਰ ਪਹਿਲਾਂ ਮੇਰੀ ਅਮਰਜੀਤ ਸਿੰਘ ਨਾਲ ਦੁਬਾਰਾ ਗੱਲਬਾਤ ਹੁੰਦੀ ਹੈ, ਸੂਬਾ ਸਕੱਤਰ ਨਾਲ ਗੱਲਬਾਤ ਹੁੰਦੀ ਹੈ। ਮੈਨੂੰ ਤਾਂ ਪੁੱਛਿਆ ਕਿ ਧਰਨਾ ਹਾਲੇ ਤੱਕ ਵੀ ਬਰਕਰਾਰ ਹੈ, ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਸਾਡੀ ਸਹਿਮਤੀ ਬਣ ਗਈ ਸੀ। ਜਦੋਂ ਅਸੀਂ ਉੱਥੇ ਲੋਕੇਸ਼ਨ 'ਤੇ ਮੌਜੂਦ ਸਾਂ ਉਸ ਸਮੇਂ 5 ਗੱਡੀਆਂ ਹੀ ਬਕਾਇਆ ਰਹਿ ਗਈਆਂ ਸਨ, ਜਿਨ੍ਹਾਂ ਨੇ ਅੱਗੇ ਸਮਾਨ ਪਹੁੰਚਾਉਣ ਜਾਣਾ ਸੀ, ਖਾਦ ਪਹੁੰਚਾਉਣ ਜਾਣੀ ਸੀ, ਜਿਨ੍ਹਾਂ ਵਿੱਚੋਂ ਸਹਿਮਤੀ ਇਹ ਬਣੀ
ਕਿ 4 ਗੱਡੀਆਂ ਸੁਸਾਇਟੀ ਨੂੰ ਦੇ ਦਿੱਤੀਆਂ ਗਈਆਂ ਤੇ 1 ਗੱਡੀ ਜਿਹੜਾ ਉਹ ਵਪਾਰੀਆਂ ਨੂੰ ਦਿੱਤੀ ਗਈ ਆ, ਔਰ ਜਿਸ ਤੋਂ ਬਾਅਦ ਧਰਨਾ ਚੱਕ ਲਿਆ ਗਿਆ। ਨਾਲ ਦੀ ਨਾਲ ਅਮਰਜੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਹਦਾਇਤ ਵੀ ਦਿੱਤੀ ਹੈ ਕਿ ਅੱਗੇ ਤੋਂ ਪਹਿਲ ਦੇ ਆਧਾਰ ਤੇ ਖਾਦ ਸੁਸਾਇਟੀ ਤੱਕ ਪਹੁੰਚਾਉਣੀ ਚਾਹੀਦੀ ਹੈ, ਜਿਸ ਦੇ ਕਰਕੇ ਕਿਸਾਨ ਹਤਾਸ਼ ਨਾ ਹੋਵੇ, ਉਹ ਨਿਰਾਸ਼ ਨਾ ਹੋਵੇ। ਤੁਸੀਂ ਬਣੇ ਰਹਿਣਾ ਵਿਪੱਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿੱਚ ਕੋਨ ਦੱਸ ਦੋ ਬਹੁਤ ਜਲਦੀ ਫਿਰ ਤੋਂ ਆਵਾਂਗੇ। ਸਤਿ ਸ਼੍ਰੀ ਅਕਾਲ।